ਗੁੱਡ ਮਾਰਨਿੰਗ ਆਲ ਡੀਅਰ ਸਟੂਡੈਂਟਸ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ 28 ਜੁਲਾਈ 2020 ਦਾ ਜੋ ਕੰਮ ਆਇਆ ਹੈ ਅਸੀਂ ਉਹ ਕਰਾਂਗੇ। ਜਿਵੇਂ ਕਿ ਅਸੀਂ ਦਿੱਲੀ ਸਲਤਨਤ ਪਾਠ ਨੰਬਰ 13 ਦੇ ਕੁਐਸਚਨ ਆਨਸਰ ਮਲਟੀਪਲ ਚੋਇਸ ਕੁਐਸਚਨ ਆਨਸਰ ਕਰ ਰਹੇ ਹਾਂ। ਤਾਂ ਅਸੀਂ ਕੱਲ੍ਹ ਗਿਆਸੁਦੀਨ ਬਲਬਨ ਤੱਕ ਪੜ੍ਹ ਲਿਆ ਸੀ, ਉਸ ਤੱਕ ਕੁਐਸਚਨ ਕਰ ਲਏ ਸਨ। ਗਿਆਸੁਦੀਨ ਬਲਬਨ 1266 ਦੇ ਵਿੱਚ ਦਿੱਲੀ ਸਲਤਨਤ ਦਾ ਸੁਲਤਾਨ ਬਣਿਆ ਸੀ। ਜੋ ਸੁਲਤਾਨ ਸ਼ਬਦ ਹੈ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ। ਅਤੇ ਗਿਆਸੁਦੀਨ ਬਲਬਨ 1266 ਈਸਵੀ ਦੇ ਵਿੱਚ ਦਿੱਲੀ ਦਾ ਸ਼ਾਸਕ ਬਣਿਆ ਸੀ ਅਤੇ 1266 ਤੋਂ ਲੈ ਕੇ 1286 ਈਸਵੀ ਤੱਕ ਉਸਨੇ ਰਾਜ ਕੀਤਾ ਸੀ। ਉਹ ਦਿੱਲੀ ਸਲਤਨਤ ਦਾ ਇੱਕ ਮਹਾਨ ਸ਼ਾਸਕ ਸੀ। ਉਸਨੇ ਦਿੱਲੀ ਦੇ ਨੇੜੇ ਮੇਵਾਤੀਆਂ ਦੁਆਰਾ ਫੈਲਾਈ ਗਈ ਅਸ਼ਾਂਤੀ ਅਤੇ ਦੁਆਬੇ ਦੇ ਲੁਟੇਰਿਆਂ 'ਤੇ ਕਾਬੂ ਪਾਇਆ। ਉਸਨੇ ਬੰਗਾਲ ਵਿੱਚ ਤੁਗਰਿਲ ਖਾਂ ਦੇ ਵਿਦਰੋਹ ਨੂੰ ਕੁਚਲ ਦਿੱਤਾ ਸੀ ਅਤੇ ਉਸਨੇ ਮੰਗੋਲਾਂ ਦੇ ਪ੍ਰਤੀ ਲਹੂ ਅਤੇ ਲੋਹੇ ਬਲੱਡ ਐਂਡ ਆਇਰਨ ਦੀ ਪਾਲਿਸੀ ਦੀ ਨੀਤੀ ਅਪਣਾਈ ਸੀ। 1286 ਵਿੱਚ ਗਿਆਸੁਦੀਨ ਬਲਬਨ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸਦੇ ਉੱਤਰਾਧਿਕਾਰੀ ਸਨ ਉਹ ਕੋਈ ਜ਼ਿਆਦਾ ਵਧੀਆ ਨਹੀਂ ਸਨ, ਭਾਵ ਉਹ ਯੋਗ ਸ਼ਾਸਕ ਨਹੀਂ ਸਨ। ਤਾਂ ਫਿਰ ਜਲਾਲਉਦੀਨ ਖਿਲਜੀ ਨੇ ਦਿੱਲੀ ਸਲਤਨਤ ਦੀ ਰਾਜਗੱਦੀ 'ਤੇ ਬੈਠਿਆ ਅਤੇ ਗੁਲਾਮ ਵੰਸ਼ ਜਾਂ ਦਾਸ ਵੰਸ਼ ਦਾ ਅੰਤ ਹੋ ਗਿਆ ਅਤੇ ਖਿਲਜੀ ਵੰਸ਼ ਸ਼ੁਰੂ ਹੋ ਗਿਆ। ਭਾਵ ਬਲਬਨ ਤੋਂ ਬਾਅਦ ਉਸਦੇ ਉੱਤਰਾਧਿਕਾਰੀ ਯੋਗ ਸਿੱਧ ਨਾ ਹੋਏ, ਤਾਂ ਕਰਕੇ ਜਲਾਲਉਦੀਨ ਖਿਲਜੀ ਨੇ ਦਾਸ ਵੰਸ਼ ਦਾ ਉਸਦਾ ਆਖਰੀ ਸ਼ਾਸਕ ਨੂੰ ਮਾਰ ਕੇ ਆਪ ਗੱਦੀ ਉੱਤੇ ਬੈਠਿਆ ਅਤੇ ਗੁਲਾਮ ਵੰਸ਼ ਦੀ ਪੀੜ੍ਹੀ ਚੱਲਦੀ ਆ ਰਹੀ ਸੀ ਉਹ ਖਤਮ ਹੋ ਗਈ। ਜੋ ਗੁਲਾਮ ਵੰਸ਼ ਦਾ ਰਾਜ ਚੱਲਦਾ ਆ ਰਿਹਾ ਸੀ ਉਹ ਖਤਮ ਹੋ ਗਿਆ ਅਤੇ ਖਿਲਜੀ ਵੰਸ਼ ਸ਼ੁਰੂ ਹੋ ਗਿਆ। ਖਿਲਜੀ ਵੰਸ਼ ਦਾ ਸੰਸਥਾਪਕ ਜਲਾਲਉਦੀਨ ਖਿਲਜੀ ਸੀ। ਉਸਨੇ 1290 ਤੋਂ ਲੈ ਕੇ 1296 ਈਸਵੀ ਤੱਕ ਦਿੱਲੀ ਸਲਤਨਤ 'ਤੇ ਸ਼ਾਸਨ ਕੀਤਾ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਜਲਾਲਉਦੀਨ ਖਿਲਜੀ। ਅਤੇ ਕਦੋਂ ਬਣਿਆ ਸੰਸਥਾਪਕ, ਉਹ ਕਦੋਂ ਗੱਦੀ 'ਤੇ ਬੈਠਿਆ? 1290 'ਚ। ਕਦੋਂ ਤੱਕ? 1296 ਈਸਵੀ ਤੱਕ। ਉਸ ਦੇ ਸਮੇਂ ਕਿਉਂਕਿ ਉਸਨੇ ਗੁਲਾਮ ਵੰਸ਼ ਦਾ ਅੰਤ ਕੀਤਾ ਸੀ, ਤਾਂ ਕਰਕੇ ਜੋ ਉਸਦਾ ਦਰਬਾਰ ਸੀ ਉਹ ਸਾਜ਼ਿਸ਼ਾਂ ਉਸਦੇ ਵਿਰੁੱਧ ਹੀ, ਉਸਦੇ ਜੋ ਗਵਰਨਰ ਸਨ ਉਸਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗ ਗਏ ਸਨ। ਅਤੇ ਅਲਾਊਦੀਨ ਖਿਲਜੀ ਜੋ ਕਿ ਉਸਦਾ ਭਤੀਜਾ ਅਤੇ ਉਸਦਾ ਜਵਾਈ, ਜੋ ਕਿ ਜਲਾਲਉਦੀਨ ਦਾ ਭਤੀਜਾ ਅਤੇ ਉਸਦਾ ਜਵਾਈ ਸੀ ਅਲਾਊਦੀਨ ਖਿਲਜੀ। ਤਾਂ ਅਲਾਊਦੀਨ ਖਿਲਜੀ ਨੇ ਆਪਣੇ ਸਹੁਰੇ ਨੂੰ ਜਾਂ ਆਪਣੇ ਚਾਚੇ ਨੂੰ 1296 ਈਸਵੀ ਵਿੱਚ ਕਤਲ ਕਰ ਦਿੱਤਾ ਅਤੇ 1296 ਵਿੱਚ ਉਸ ਨੂੰ ਕਤਲ ਕਰਕੇ ਜਲਾਲਉਦੀਨ ਨੂੰ ਕਤਲ ਕਰਕੇ ਦਿੱਲੀ ਸਲਤਨਤ ਦੀ ਰਾਜਗੱਦੀ ਉੱਤੇ ਬੈਠਿਆ ਸੀ, ਜੋ ਉਸਦਾ ਭਤੀਜਾ ਅਤੇ ਉਸਦਾ ਜਵਾਈ ਸੀ। ਅਲਾਊਦੀਨ ਖਿਲਜੀ ਸੀਗਾ, ਉਸਨੇ 1296 ਤੋਂ ਲੈ ਕੇ 1316 ਈਸਵੀ ਤੱਕ ਰਾਜ ਕੀਤਾ ਸੀ। ਜਲਾਲਉਦੀਨ ਖਿਲਜੀ ਨੇ ਗੁਲਾਮ ਵੰਸ਼ ਦਾ ਖਾਤਮਾ ਕਰਕੇ ਖਿਲਜੀ ਵੰਸ਼ ਦੀ ਨੀਂਹ 1290 ਵਿੱਚ ਰੱਖੀ ਸੀ ਅਤੇ ਉਸਨੇ 1290 ਤੋਂ ਲੈ ਕੇ 1296 ਤੱਕ ਰਾਜ ਕੀਤਾ ਸੀ। 1296 ਵਿੱਚ ਉਸਦੇ ਭਤੀਜੇ ਜੋ ਕਿ ਉਸਦਾ ਜਵਾਈ ਸੀ ਨੇ ਜਲਾਲਉਦੀਨ ਨੂੰ ਕਤਲ ਕਰ ਦਿੱਤਾ ਅਤੇ ਅਲਾਊਦੀਨ ਖਿਲਜੀ 1296 ਤੋਂ ਲੈ ਕੇ 1316 ਈਸਵੀ ਤੱਕ ਦਿੱਲੀ ਦਾ ਸੁਲਤਾਨ, ਦਿੱਲੀ ਦੀ ਰਾਜਗੱਦੀ 'ਤੇ ਉਸਨੇ ਰਾਜ ਕੀਤਾ। ਉਹ ਭਾਰਤ ਵਿੱਚ ਇੱਕ ਸਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਇਸ ਲਈ 1299 ਵਿੱਚ ਉਸਨੇ ਗੁਜਰਾਤ 'ਤੇ ਜਿੱਤ ਪ੍ਰਾਪਤ ਕੀਤੀ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਅਲਾਊਦੀਨ ਖਿਲਜੀ ਨੇ ਗੁਜਰਾਤ 'ਤੇ ਕਦੋਂ ਜਿੱਤ ਪ੍ਰਾਪਤ ਕੀਤੀ, ਸਾਡਾ ਕੁਐਸਚਨ ਆਇਆ ਤਾਂ 1299 ਈਸਵੀ ਵਿੱਚ ਉਸਨੇ ਗੁਜਰਾਤ 'ਤੇ ਜਿੱਤ ਪ੍ਰਾਪਤ ਕੀਤੀ।
ਫਿਰ 1301 ਵਿੱਚ ਉਸਨੇ ਰੰਥੌਰ 1301 ਵਿੱਚ ਉਸਨੇ ਰੰਥੌਰ 'ਤੇ ਅਧਿਕਾਰ ਕਰ ਲਿਆ। 1299 ਵਿੱਚ ਸਭ ਤੋਂ ਜਿਹੜੀ ਉਹਦੀ ਅਹਿਮ ਜਿੱਤ ਸੀ ਉਹ ਸੀ ਗੁਜਰਾਤ ਦੀ ਜਿੱਤ 1299 ਦੇ ਵਿੱਚ 1299 ਦੇ ਵਿੱਚ। 1301 ਵਿੱਚ ਉਸਨੇ ਰੰਥੌਰ 'ਤੇ 1303 ਵਿੱਚ ਉਸਨੇ ਚਿਤੌੜ 'ਤੇ ਕਬਜ਼ਾ ਕਰ ਲਿਆ, ਜੋ ਕਿ ਰਾਜਸਥਾਨ ਦਾ ਖੇਤਰ ਦੇ ਵਿੱਚ ਸੀ। ਚਿਤੌੜ ਉਸ 'ਤੇ ਉਸਨੇ ਕਬਜ਼ਾ ਕਰ ਲਿਆ। ਇਹ ਜਿੱਤਾਂ ਉਸ ਦੀਆਂ ਤਿੰਨ ਬਹੁਤ ਹੀ ਫੇਮਸ ਜਿੱਤਾਂ ਸਨ, ਜਿਸ ਨੇ ਦਿੱਲੀ ਸਲਤਨਤ ਦਾ ਜੋ ਇਤਿਹਾਸ ਸੀ ਸਾਰੇ ਨੂੰ ਬਦਲ ਦਿੱਤਾ ਸੀ। 1299 ਵਿੱਚ ਉਸਨੇ ਜਿੱਤਿਆ ਗੁਜਰਾਤ ਨੂੰ, 1301 ਵਿੱਚ ਉਸਨੇ ਰੰਥੌਰ ਨੂੰ ਅਤੇ 1303 ਵਿੱਚ ਉਸਨੇ ਕਬਜ਼ਾ ਕੀਤਾ ਚਿਤੌੜ 'ਤੇ। ਫਿਰ ਉਸਨੇ ਆਪਣੇ ਜਨਰਲ ਮਲਿਕ ਕਫੂਰ ਦੀ ਅਗਵਾਈ ਹੇਠ ਇੱਕ ਵੱਡੀ ਫੌਜ ਦੱਖਣੀ ਭਾਰਤ ਵਿੱਚ ਭੇਜੀ। ਜੇਕਰ ਤੁਹਾਨੂੰ ਕਦੇ ਕੁਐਸਚਨ ਆ ਜਾਏ ਕਿ ਦੱਖਣੀ ਭਾਰਤ ਦੀ ਅਗਵਾਈ ਕਿਸ ਦੇ ਹੇਠ ਕੀਤੀ ਸੀ, ਜਾਂ ਦੱਖਣੀ ਭਾਰਤ ਵਿੱਚ ਜੋ ਉਸਨੇ ਅਲਾਉਦੀਨ ਖਿਲਜੀ ਨੇ ਸੈਨਾ ਭੇਜੀ ਤਾਂ ਕਿਸ ਦੇ ਅਧੀਨ ਭੇਜੀ ਸੀ? ਆਪਣੇ ਜੋ ਉਸਦਾ ਜਨਰਲ ਸੀ ਮਲਿਕ ਕਫੂਰ ਦੀ ਅਗਵਾਈ ਹੇਠ ਇੱਕ ਫੌਜ ਦੱਖਣੀ ਭਾਰਤ ਵਿੱਚ ਭੇਜੀ। ਮਲਿਕ ਕਫੂਰ ਨੇ ਦੱਖਣੀ ਭਾਰਤ ਜੋ ਖੇਤਰ ਸਨ ਦੇਵਗਿਰੀ, ਵਾਰੰਗਲ, ਦਵਾਰ ਸਮੁੰਦਰ ਅਤੇ ਮਦੁਰਾਈ ਦੇ ਇਲਾਕੇ ਜਿੱਤ ਲਏ ਸਨ। ਦੇਵਗਿਰੀ, ਵਾਰੰਗਲ, ਦਵਾਰ ਸਮੁੰਦਰ ਅਤੇ ਮਦੁਰਾਈ ਦੇ ਇਲਾਕੇ ਜਿੱਤ ਲਏ ਸਨ। ਪਰੰਤੂ ਅਲਾਉਦੀਨ ਖਿਲਜੀ ਨੇ ਇਹਨਾਂ ਇਲਾਕਿਆਂ ਨੂੰ ਦਿੱਲੀ ਸਲਤਨਤ ਵਿੱਚ ਸ਼ਾਮਲ ਨਾ ਕੀਤਾ, ਕਿਉਂਕਿ ਜਿਹੜਾ ਅਲਾਉਦੀਨ ਖਿਲਜੀ ਸੀ ਉਹ ਬੜਾ ਹੀ ਸਮਝਦਾਰ ਵਿਅਕਤੀ ਸੀ। ਉਸ ਨੂੰ ਪਤਾ ਸੀ ਜੇਕਰ ਉਸਨੇ ਇਹਨਾਂ ਇਲਾਕਿਆਂ ਉੱਤੇ ਵੀ ਅਧਿਕਾਰ ਕਰ ਲਿਆ ਤਾਂ ਉਸਦੇ ਸ਼ਾਸਨ ਪ੍ਰਬੰਧ ਦਾ ਜੋ ਖੇਤਰ ਹੈ ਉਹ ਵੱਧ ਜਾਵੇਗਾ ਅਤੇ ਉਸ ਦੇ ਲਈ ਇੰਨੇ ਖੇਤਰ ਨੂੰ ਕੰਟਰੋਲ ਕਰਨਾ ਔਖਾ ਹੋ ਜਾਏਗਾ। ਆਮ ਤੌਰ 'ਤੇ ਕੀ ਕੀਤਾ ਜਾਂਦਾ, ਜਾਂ ਤਾਂ ਕਿਸੇ ਖੇਤਰ ਦੇ ਉੱਤੇ ਪੂਰੀ ਤਰ੍ਹਾਂ ਅਧਿਕਾਰ ਕਰ ਲਿਆ ਜਾਂਦਾ ਸੀ, ਜਿਸ ਤਰ੍ਹਾਂ ਇਸਨੇ 1299 ਈਸਵੀ ਵਿੱਚ ਗੁਜਰਾਤ 'ਤੇ, 1301 ਵਿੱਚ ਰੰਥੌਰ 'ਤੇ ਅਤੇ 1303 ਵਿੱਚ ਇਸਨੇ ਚਿਤੌੜ 'ਤੇ ਕਬਜ਼ਾ ਕਰ ਲਿਆ ਸੀ, ਭਾਵ ਕੈਪਚਰ ਕਰ ਲਿਆ ਸੀ। ਜਦੋਂ ਕਬਜ਼ਾ ਕਰ ਲਿਆ ਤਾਂ ਇਸ ਦਾ ਭਾਵ ਕੀ ਹੈ, ਸਾਰੇ ਉਸ ਖੇਤਰ ਦਾ ਸ਼ਾਸਨ ਪ੍ਰਬੰਧ, ਉਸਦੇ ਲੋਕਾਂ ਦੀ ਜ਼ਿੰਮੇਵਾਰੀ ਉਸ ਸ਼ਾਸਕ ਦੀ ਹੋ ਜਾਂਦੀ ਸੀ। ਪਰ ਦੱਖਣੀ ਭਾਰਤ ਦਿੱਲੀ ਨਾਲੋਂ ਬਹੁਤ ਦੂਰ ਸੀ, ਤਾਂ ਫਿਰ ਅਲਾਉਦੀਨ ਖਿਲਜੀ ਨੇ ਕੀ ਦੇਖਿਆ ਵੀ ਜੇਕਰ ਇਹਨਾਂ 'ਤੇ ਕਬਜ਼ਾ ਕਰ ਲਿਆ ਤਾਂ ਬੜਾ ਔਖਾ ਹੋ ਜਾਏਗਾ। ਤਾਂ ਉਸਨੇ ਸਿਆਣਪ ਤੋਂ ਕੰਮ ਲੈਂਦਿਆਂ ਤਾਂ ਫਿਰ ਕੀ ਕੀਤਾ ਜਾਂਦਾ ਸੀ, ਉਸ ਰਾਜੇ ਨੂੰ, ਉਸ ਖੇਤਰ ਦੇ ਰਾਜੇ ਨੂੰ ਹਰਾ ਕੇ ਅਤੇ ਉਸ ਨੂੰ ਕਤਲ ਨਾ ਕਰਕੇ, ਭਾਵ ਉਸ ਨੂੰ ਮਾਰਦੇ ਨਹੀਂ ਸਨ, ਅਤੇ ਉਸ ਖੇਤਰ ਦਾ ਰਾਜਾ ਆਪਣਾ ਸਿਰ ਨੀਵਾਂ ਕਰਕੇ ਝੁਕ ਜਾਂਦਾ ਸੀ ਕਿ ਭਾਵ ਮੈਂ ਸਭ ਤੋਂ ਹਾਰ ਗਿਆ, ਮੈਂ ਹਾਰ ਕਬੂਲ ਕਰ ਗਿਆ, ਮੈਂ ਤੁਹਾਡੀ ਅਧੀਨਗੀ ਸਵੀਕਾਰ ਕਰਦਾ ਹਾਂ। ਤਾਂ ਅਧੀਨਗੀ ਸਵੀਕਾਰ ਦੇ ਵਜੋਂ ਜੋ ਤੁਸੀਂ ਕਹੋਗੇ ਮੈਂ ਉਹ ਕਰਨ ਨੂੰ ਤਿਆਰ ਹਾਂ। ਤਾਂ ਮਲਿਕ ਕਫੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁੰਦਰ ਅਤੇ ਮਦੁਰਾਈ, ਇਹਨਾਂ ਦੇ ਜਿਹੜੇ ਰਾਜੇ ਸੀ ਉਹਨਾਂ ਨੂੰ ਹਰਾਇਆ, ਅਤੇ ਇਹਨਾਂ ਦੇ ਰਾਜਿਆਂ ਨੇ ਅਲਾਉਦੀਨ ਖਿਲਜੀ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਉਸ ਨੂੰ ਅਧੀਨਗੀ ਵਜੋਂ ਉਸ ਨੂੰ ਤੋਹਫੇ ਦਿੱਤੇ, ਜੋ ਮਲਿਕ ਕਫੂਰ ਨੇ ਲਿਜਾ ਕੇ ਅਲਾਉਦੀਨ ਖਿਲਜੀ ਨੂੰ ਪੇਸ਼ ਕੀਤੇ ਸਨ। ਅਤੇ ਜੋ ਸ਼ਰਤਾਂ ਤੈਅ ਹੋਈਆਂ, ਭਾਵ ਸਾਲ ਦੀਆਂ, ਸਾਲਾਨਾ, ਵਾਰਸ਼ਿਕ ਕਰ ਦੀਆਂ, ਕਿ ਹਰੇਕ ਸਾਲ ਅਸੀਂ ਜੋ ਰਕਮ ਤੈਅ ਕੀਤੀ ਹੈ ਉਹ ਅਸੀਂ ਭੇਜ ਦਿਆ ਕਰਾਂਗੇ, ਪਰ ਸਾਡੇ ਇਲਾਕੇ ਦੇ ਉੱਤੇ ਦੁਬਾਰਾ ਹਮਲਾ ਨਾ ਕਰਨਾ ਅਤੇ ਸਾਡੇ ਇਲਾਕੇ ਦੇ ਉੱਤੇ ਕਬਜ਼ਾ ਨਾ ਕਰਨਾ। ਤਾਂ ਦੱਖਣੀ ਭਾਰਤ ਦੇ ਰਾਜਿਆਂ ਦੇ ਵਿਰੁੱਧ ਅਲਾਉਦੀਨ ਖਿਲਜੀ ਨੇ ਇਹ ਨੀਤੀ ਅਪਣਾਈ ਸੀ। ਉਹਨਾਂ ਦੇ ਖੇਤਰਾਂ ਉੱਤੇ ਕਬਜ਼ਾ ਨਾ ਕੀਤਾ, ਸਗੋਂ ਉਹਨਾਂ ਨੇ ਅਲਾਉਦੀਨ ਖਿਲਜੀ ਦੀ ਅਧੀਨਗੀ ਸਵੀਕਾਰ ਕਰ ਲਈ ਸੀ, ਅਤੇ ਅਲਾਉਦੀਨ ਖਿਲਜੀ ਨੂੰ ਹਰੇਕ ਸਾਲ ਜੋ ਸ਼ਰਤਾਂ ਤੈਅ ਹੋਈਆਂ ਸੀ ਉਹਨਾਂ ਦੇ ਅਨੁਸਾਰ ਕਮਾਈ ਹੋਣ ਲੱਗੀ ਸੀ, ਅਤੇ ਜਿਸ ਦੇ ਨਾਲ ਉਹ ਆਪਣਾ ਸ਼ਾਸਨ ਪ੍ਰਬੰਧ ਵਧੀਆ ਚਲਾ ਸਕਦਾ ਸੀ। ਅਲਾਉਦੀਨ ਖਿਲਜੀ ਨੇ ਕਈ ਆਰਥਿਕ ਸੁਧਾਰ ਵੀ ਕੀਤੇ ਸਨ। ਅਲਾਉਦੀਨ ਖਿਲਜੀ ਨੇ ਸਾਰੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਨਿਸ਼ਚਿਤ ਕੀਤੀਆਂ। ਉਸ ਨੇ ਚੀਜ਼ਾਂ ਦੀਆਂ ਕੀਮਤਾਂ ਵਧਾਉਣ 'ਤੇ ਰੋਕ ਲਗਾਉਣ ਲਈ ਮੰਡੀ ਅਫਸਰਾਂ ਦੀ ਨਿਯੁਕਤੀ ਕੀਤੀ। ਜਿਹੜਾ ਦੁਕਾਨਦਾਰ ਵੀ ਨਿਯਮ ਦੀ ਉਲੰਘਣਾ ਕਰਦਾ ਸੀ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ, ਜਿਵੇਂ ਕਿ ਦੁਕਾਨਦਾਰਾਂ ਨੂੰ ਕੌੜੇ, ਭਾਵ ਉਹਨਾਂ ਨੂੰ ਜੋ ਸਜ਼ਾ ਹੁੰਦੀ ਸੀ ਬਣਦੀ ਦਿੱਤੀ ਜਾਂਦੀ ਸੀ। ਘੱਟ ਤੋਲਣ ਵਾਲੇ ਦੁਕਾਨਦਾਰ ਦੇ ਸਰੀਰ ਵਿੱਚੋਂ ਉਨਾ ਮਾਸ ਦਾ ਟੁਕੜਾ ਕੱਟ ਲਿਆ ਜਾਂਦਾ ਸੀ ਜਿੰਨੀ ਵਸਤੂ ਘੱਟ ਤੋਲੀ ਗਈ ਹੁੰਦੀ ਸੀ, ਕਿਉਂਕਿ
ਅਲਾਉਦੀਨ ਖਿਲਜੀ ਚਾਹੁੰਦਾ ਸੀ ਜੋ ਉਸਨੇ ਆਪਣਾ ਵਿਸਤਾਰ ਕਰਨਾ ਸੀ ਰਾਜ ਦਾ, ਅਤੇ ਉਸਨੇ ਸਾਰੀਆਂ ਜੋ ਕੀਮਤਾਂ ਸੀ, ਭਾਵ ਜਿਵੇਂ ਸਾਡੇ ਡੀਪੂ ਨੇ, ਡੀਪੂ ਰਾਸ਼ਨ ਡੀਪੂ, ਇਸ ਤਰ੍ਹਾਂ ਇੱਕ ਡੀਪੂ ਬਣਾਤੇ ਅਤੇ ਉਸਨੇ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਤੈਅ ਕਰਤੀਆਂ। ਜੇਕਰ ਕੋਈ ਦੁਕਾਨਦਾਰ ਉਸ ਤੈਅ ਕੀਮਤ ਤੋਂ ਜ਼ਿਆਦਾ ਕੀਮਤ 'ਤੇ ਚੀਜ਼ ਵੇਚਦਾ ਸੀ ਤਾਂ ਉਸਨੂੰ ਸਜ਼ਾ ਦਿੱਤੀ ਜਾਂਦੀ ਸੀ, ਅਤੇ ਜੇਕਰ ਕੋਈ ਦੁਕਾਨਦਾਰ ਚੀਜ਼ ਘੱਟ ਤੋਲਦਾ ਸੀ ਤਾਂ ਜਿੰਨੀ ਚੀਜ਼ ਉਹ ਘੱਟ ਤੋਲਦਾ ਅਤੇ ਉਸਦਾ ਸਰੀਰ ਦਾ ਉਨਾ ਹੀ ਮਾਸ, ਉਸਦੇ ਸਰੀਰ ਵਿੱਚੋਂ ਉਨਾ ਹੀ ਮਾਸ ਦਾ ਟੁਕੜਾ ਕੱਟ ਲਿਆ ਜਾਂਦਾ ਸੀ। ਅਤੇ ਇਹ ਸਾਰੀਆਂ ਸਖਤ ਸਜ਼ਾਵਾਂ ਤਾਂ ਦਿੱਤੀਆਂ ਸਨ ਤਾਂ ਜੋ ਕੋਈ ਵੀ ਦੁਕਾਨਦਾਰ ਕਿਸੇ ਵੀ ਗ੍ਰਾਹਕ ਦੇ ਨਾਲ ਹੇਰਾ ਫੇਰੀ ਨਾ ਕਰ ਸਕੇ। ਇਹ ਅਲਾਉਦੀਨ ਖਿਲਜੀ ਦੇ ਆਰਥਿਕ ਸੁਧਾਰ ਸਨ। ਫਿਰ ਅਲਾਉਦੀਨ ਖਿਲਜੀ ਨੇ ਸੈਨਿਕ ਸੁਧਾਰ ਵੀ ਕੀਤੇ ਸਨ। ਅਲਾਉਦੀਨ ਖਿਲਜੀ ਨੇ ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ। ਉਸਨੇ ਸੈਨਿਕਾਂ ਨੂੰ ਨਕਦ ਤਨਖਾਹ ਦੇਣੀ ਸ਼ੁਰੂ ਕੀਤੀ, ਭਾਵ ਜਿਹੜੇ ਇਸ ਤੋਂ ਪਹਿਲਾਂ ਵਾਲੇ ਸ਼ਾਸਕ ਸਨ, ਸੁਲਤਾਨ ਸਨ, ਕੁਤਬੁਦੀਨ ਐਬਕ, ਇਲਤੁਤਮਿਸ਼, ਇਹ ਸਾਰੇ ਜੋ ਸੈਨਿਕ ਸਨ ਇਹਨਾਂ ਨੂੰ ਨਕਦ ਤਨਖਾਹਾਂ ਨਹੀਂ ਦਿੰਦੇ ਸਨ, ਇਹਨਾਂ ਨੂੰ ਰਾਸ਼ਨ ਦੇ ਦਿੰਦੇ ਸਨ, ਜਾਂ ਜਦੋਂ ਕਿਤੇ ਲੁੱਟ ਮਾਰ ਕਰਦੇ ਸਨ ਤਾਂ ਉਸ ਲੁੱਟ ਮਾਰ ਦਾ ਹਿੱਸਾ ਆਪਣੇ ਆਪਣੇ ਸੈਨਿਕਾਂ ਨੂੰ ਦੇ ਦਿੰਦੇ ਸਨ। ਜੋ ਨਿਸ਼ਚਿਤ ਕੀਤਾ ਹੁੰਦਾ ਸੀ ਕਿ ਕਿਸੇ ਖੇਤਰ 'ਤੇ ਕਬਜ਼ਾ ਕਰਨਾ ਹੈ ਅਤੇ ਉਸ ਖੇਤਰ ਦੇ ਕਬਜ਼ੇ ਦੇ ਦੌਰਾਨ ਜੋ ਲੁੱਟ ਮਾਰ ਕੀਤੀ ਜਾਵੇਗੀ, ਜੋ ਲੁੱਟਿਆ ਜਾਵੇਗਾ ਸਮਾਨ, ਅਤੇ ਉਸ ਦਾ ਬਣਦਾ ਹਿੱਸਾ ਹਰੇਕ ਸੈਨਿਕ ਨੂੰ ਦੇ ਦਿੱਤਾ ਜਾਵੇਗਾ। ਪਰ ਅਲਾਉਦੀਨ ਖਿਲਜੀ ਨੇ ਇਹ ਸਾਰਾ ਕੁਝ ਖਤਮ ਕਰ ਦਿੱਤਾ। ਉਸਨੇ ਸੈਨਿਕਾਂ ਨੂੰ ਇੱਕ ਨਿਸ਼ਚਿਤ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਵੀ ਹਰੇਕ ਮਹੀਨੇ ਜਿੰਨੀ ਤੈਅ ਕੀਤੀ ਗਈ ਆ ਉਨੀ ਤਨਖਾਹ ਤੁਹਾਨੂੰ ਨਕਦ ਮਿਲ ਜਾਏਗੀ। ਅਤੇ ਉਸਨੇ ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜਿਆਂ ਨੂੰ ਦਾਗਣ, ਭਾਵ ਘੋੜਿਆਂ ਦੀ ਵੀ ਇਹ ਘੋੜਾ ਕਿੱਥੋਂ ਦਾ, ਜੋ 40 ਸਾਲ ਜੋ ਅਮੀਰ ਹੈ, ਵੀ ਕਿਹੜੇ ਅਮੀਰ ਵੱਲੋਂ ਇੰਨੇ ਘੋੜੇ, ਜੋ ਲੜਾਈ ਹੁੰਦੀ ਸੀ ਤਾਂ ਕਿਹੜਾ ਅਮੀਰ ਕਿੰਨੇ ਘੋੜੇ ਅਤੇ ਕਿੰਨੇ ਸੈਨਿਕ ਤਿਆਰ ਕਰਕੇ ਲਿਆਵੇਗਾ, ਇਹ ਸਾਰਾ ਕੁਝ ਰਿਕਾਰਡ ਰੱਖਿਆ ਜਾਂਦਾ ਸੀ ਤਾਂ ਕਿ ਪਤਾ ਲੱਗ ਸਕੇ ਵੀ ਜੋ ਸੈਨਿਕਾਂ ਦੇ ਹੁਲੀਏ ਨੇ ਉਹਨਾਂ ਦਾ ਪਤਾ ਲੱਗ ਸਕੇ ਵੀ ਕਿਹੜਾ ਸੈਨਿਕ ਕਿਹੜੇ ਅਹੁਦੇ 'ਤੇ ਹੈ। ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਜੋ ਯੁੱਧ ਸਮੇਂ, ਲੜਾਈ ਸਮੇਂ ਘੋੜੇ ਨੇ, ਜੋ ਸੈਨਿਕ ਨੇ, ਉਹ ਦੁਸ਼ਮਣ ਦੇ ਸੈਨਿਕਾਂ ਦੇ ਨਾਲ ਮਿਲ ਨਾ ਜਾਣ ਜਾਂ ਕਿਤੇ ਉਹਨਾਂ ਨੂੰ ਕੋਈ ਭੁਲੇਖਾ ਨਾ ਲੱਗ ਜਾਵੇ। ਉਸਨੇ ਸੈਨਿਕਾਂ ਨੂੰ ਨਕਦ ਤਨਖਾਹ ਦੇਣੀ ਸ਼ੁਰੂ ਕੀਤੀ। ਉਸਨੇ ਗੁਪਤਚਰਾਂ ਨੂੰ ਵੀ ਰੁਜ਼ਗਾਰ ਦਿੱਤਾ, ਭਾਵ ਉਸਨੇ ਗੁਪਤਚਰ ਰੱਖੇ, ਖੁਫੀਆ ਏਜੰਸੀ ਤਿਆਰ ਕੀਤੀ ਤਾਂ ਜੋ ਉਸਨੂੰ ਆਪਣੇ ਖੇਤਰ ਦੀ, ਆਪਣੇ ਰਾਜ ਦੇ ਕੋਨੇ-ਕੋਨੇ ਤੋਂ ਖਬਰ ਮਿਲਦੀ ਰਹੇ ਜੋ ਉਸ ਰਾਜ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਗਏ ਸਨ। 1316 ਵਿੱਚ ਅਲਾਉਦੀਨ ਖਿਲਜੀ ਦੀ ਮੌਤ ਪਿੱਛੋਂ 1316 ਵਿੱਚ ਅਲਾਉਦੀਨ ਖਿਲਜੀ ਦੀ ਮੌਤ ਹੋ ਗਈ। ਸੁਹਾਬੂਦੀਨ, ਉਮਰ ਮੁਬਾਰਕ ਸ਼ਾਹ, ਨਸਰੂਦੀਨ ਖੁਸਰੋ ਸ਼ਾਹ ਨਾਂ ਦੇ ਸੁਲਤਾਨਾਂ ਨੇ ਸ਼ਾਸਨ ਕੀਤਾ, ਪਰ ਉਹ ਸਾਰੇ ਅਯੋਗ ਸਨ। ਅਤੇ 1320 ਵਿੱਚ ਗਾਜ਼ੀ ਤੁਗਲਕ ਖੁਸਰੋ ਸ਼ਾਹ ਦੀ ਹੱਤਿਆ ਕਰਕੇ ਆਪ ਸ਼ਾਸਕ ਬਣ ਗਿਆ, ਅਤੇ ਭਾਵ 1320 ਵਿੱਚ ਖਿਲਜੀ ਵੰਸ਼ ਦਾ ਖਾਤਮਾ ਹੋ ਗਿਆ ਅਤੇ ਤੁਗਲਕ ਵੰਸ਼ ਦੀ ਨੀਂਹ ਰੱਖੀ ਗਈ। ਨੀਂਹ ਰੱਖੀ ਸੀ ਗਾਜ਼ੀ ਤੁਗਲਕ ਨੇ 1320 ਵਿੱਚ ਖੁਸਰੋ ਸ਼ਾਹ ਨੂੰ ਮਾਰ ਕੇ। ਤਾਂ ਦੂਜਾ ਕੁਐਸਚਨ ਹੈ, ਅਲਾਉਦੀਨ ਖਿਲਜੀ ਨੇ ਗੁਜਰਾਤ 'ਤੇ ਕਦੋਂ ਜਿੱਤ ਪ੍ਰਾਪਤ ਕੀਤੀ? 1299 ਈਸਵੀ ਵਿੱਚ। ਸੈਨਿਕਾਂ ਦੇ ਹੁਲੀਏ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਸ਼ੁਰੂ ਕੀਤੀ ਅਲਾਉਦੀਨ ਖਿਲਜੀ ਨੇ। ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ? ਅਤੇ ਤੁਗਲਕ ਵੰਸ਼ ਦਿੱਲੀ ਸਲਤਨਤ ਦੇ ਪ੍ਰਸਿੱਧ ਵੰਸ਼ਾਂ ਵਿੱਚੋਂ ਇੱਕ ਸੀ। ਗਿਆਸੁਦੀਨ ਤੁਗਲਕ, ਜਿਸ ਨੂੰ ਗਾਜ਼ੀ ਤੁਗਲਕ ਕਿਹਾ ਜਾਂਦਾ, ਗਿਆਸੁਦੀਨ ਤੁਗਲਕ ਸ਼ਾਹ ਇਸ ਵੰਸ਼ ਦਾ ਪਹਿਲਾ ਸ਼ਾਸਕ ਸੀ। ਤਾਂ ਗਿਆਸੁਦੀਨ ਤੁਗਲਕ ਈਡੀ ਆਨਸਰ ਆਏਗਾ ਇਸਦਾ, ਗਿਆਸੁਦੀਨ ਤੁਗਲਕ। ਉਸਨੇ 1320 ਤੋਂ ਲੈ ਕੇ 1325 ਈਸਵੀ ਤੱਕ ਰਾਜ ਕੀਤਾ। ਉਹ ਫੌਜ ਦਾ ਯੋਗ ਸੈਨਾਪਤੀ ਸੀ। ਉਸਨੇ ਰਾਜ ਵਿਚਲੇ ਵਿਦਰੋਹਾਂ ਦਾ ਦਮਨ ਕਰਕੇ ਰਾਜ ਵਿੱਚ ਸ਼ਾਂਤੀ ਸਥਾਪਿਤ ਕੀਤੀ। ਮੁਹੰਮਦ ਬਿਨ ਤੁਗਲਕ ਉਸ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ। ਤਾਂ ਗਿਆਸੁਦੀਨ ਤੁਗਲਕ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਉਸ ਦਾ ਉੱਤਰਾਧਿਕਾਰੀ ਨਿਯੁਕਤ ਕੀਤਾ ਗਿਆ। ਮੁਹੰਮਦ ਬਿਨ ਤੁਗਲਕ 1325 ਤੋਂ ਲੈ ਕੇ 1351 ਈਸਵੀ ਤੱਕ ਸੁਲਤਾਨ ਰਿਹਾ। ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਉਸਨੇ 1325 ਤੋਂ 1351 ਈਸਵੀ ਤੱਕ ਰਾਜ ਕੀਤਾ। ਉਹ ਆਪਣੀਆਂ ਕਾਲਪਨਿਕ ਯੋਜਨਾਵਾਂ ਲਈ ਭਾਰਤੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ। ਉਹ ਬਹੁਤ ਪੜ੍ਹਿਆ ਲਿਖਿਆ ਸੀ।
ਪਰੰਤੂ ਉਸ ਦੀ ਅਗਿਆਨਤਾ ਕਾਰਨ ਉਸ ਦੀਆਂ ਸਾਰੀਆਂ ਯੋਜਨਾਵਾਂ ਫੇਲ ਹੋ ਗਈਆਂ। ਉਸ ਦੀਆਂ ਯੋਜਨਾਵਾਂ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਲੋਕ ਉਸ ਦੇ ਵਿਰੁੱਧ ਹੋ ਗਏ ਸਨ। ਇਹੀ ਕਾਰਨ ਹੈ ਕਿ ਮੁਹੰਮਦ ਬਿਨ ਤੁਗਲਕ ਨੂੰ ਬੁੱਧੀਮਾਨ ਮੂਰਖ ਕਿਹਾ ਜਾਂਦਾ ਹੈ। ਤਾਂ ਅਗਲਾ ਕੁਐਸਚਨ, ਕਿਸ ਸ਼ਾਸਕ ਨੂੰ ਬੁੱਧੀਮਾਨ ਮੂਰਖ ਕਿਹਾ ਜਾਂਦਾ ਹੈ? ਮੁਹੰਮਦ ਬਿਨ ਤੁਗਲਕ ਨੂੰ। ਉਸਨੇ 1325 ਈਸਵੀ ਤੋਂ ਲੈ ਕੇ 1325 ਈਸਵੀ ਤੋਂ ਲੈ ਕੇ 1351 ਈਸਵੀ ਤੱਕ ਰਾਜ ਕੀਤਾ ਸੀ। ਹੇਠਾਂ ਇਸ ਦੇ ਕੁਐਸਚਨਾਂ ਦੇ ਜਵਾਬ ਕੀਤੇ ਹੋਏ ਹਨ। ਅਤੇ ਇਸੇ ਤਰ੍ਹਾਂ ਹੀ ਅੰਗਰੇਜ਼ੀ ਮੀਡੀਅਮ ਦੇ ਵਿੱਚ, ਇੰਗਲਿਸ਼ ਦੇ ਵਿੱਚ ਹੈ ਵੈਨ ਡਿਡ ਅਲਾਉਦੀਨ ਖਿਲਜੀ ਸਿਟ ਔਨ ਥਰੋਨ ਆਫ ਦਿੱਲੀ ਸਲਤਨਤ। ਕਦੋਂ ਬੈਠਿਆ ਸੀਗਾ? ਆਨਸਰ ਸੀ ਆਵੇਗਾ 1296। ਵੈਨ ਡਿਡ ਅਲਾਉਦੀਨ ਖਿਲਜੀ ਕੌਂਕਰ ਗੁਜਰਾਤ। ਕਦੋਂ ਜਿੱਤਿਆ? 1299। ਡੀ ਆਨਸਰ ਆਏਗਾ। ਹੂ ਸਟਾਰਟਡ ਦਾ ਪ੍ਰੈਕਟਿਸ ਆਫ ਪ੍ਰਪੇਅਰਿੰਗ ਡਿਸਕ੍ਰਿਪਟਿਵ ਰੋਲਸ ਆਫ ਸੋਲਜਰਸ ਐਂਡ ਬ੍ਰਾਂਡਿੰਗ ਦਾ ਹਾਰਸਿਸ? ਅਲਾਉਦੀਨ। ਆਨਸਰ ਬੀ ਆਵੇਗਾ, ਅਲਾਉਦੀਨ। ਹੂ ਵਾਜ ਦਾ ਫਸਟ ਰੂਲਰ ਆਫ ਤੁਗਲਕ ਡਾਇਨੈਸਟੀ? ਮੁਹੰਮਦ ਬਿਨ ਤੁਗਲਕ ਨਹੀਂ, ਗਿਆਸੁਦੀਨ ਤੁਗਲਕ। ਮੁਹੰਮਦ ਬਿਨ ਤੁਗਲਕ ਤਾਂ ਗਿਆਸੁਦੀਨ ਤੁਗਲਕ ਦਾ ਉੱਤਰਾਧਿਕਾਰੀ ਬਣਿਆ ਸੀ। ਤਾਂ ਆਨਸਰ ਸੀ ਆਵੇਗਾ, ਗਿਆਸੁਦੀਨ ਤੁਗਲਕ ਜਾਂ ਗਾਜ਼ੀ ਤੁਗਲਕ ਵੀ ਆ ਸਕਦਾ। ਵਿਚ ਰੂਲਰ ਇਜ਼ ਨਾਊਨ ਐਜ਼ ਇੰਟੈਕਚੁਅਲ ਫੁਲਿਸ ਕਿੰਗ? ਮੁਹੰਮਦ ਬਿਨ ਤੁਗਲਕ, ਜਿਸ ਨੂੰ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ। ਹੇਠਾਂ ਇਸ ਦੇ ਕੁਐਸਚਨ ਆਨਸਰ ਦੇ ਜਵਾਬ ਦਿੱਤੇ ਹੋਏ ਹਨ। ਸਾਰੇ ਵਿਦਿਆਰਥੀ ਇਸ ਨੂੰ ਕਰ ਸਕਦੇ ਹਨ। ਧੰਨਵਾਦ।